परिवार प्रीतम करहो विचार। घट में खेलै अघट अपार। काल कल्पना कदे ना खाए। आद पुरख मह रह समाए। दुतिया दो कर जानै अंग। माया ब्रह्म रमै सब संग। ना ओह बढ़ै ना घटता जाय। अकुल निरंजन एकै पाय। ना ओह बढ़ै ना घटता जाय। अकुल निरंजन एकै पाय। वाहिगुरु जी का खालसा वाहिगुरु जी की फतेह। परम सन्मानयोग जुगो जुग अटल चवर छतर अते तखत दे मालक बाणी के बोहेत। सर्ब सांझीवालता दे प्रतीक शब्द गुरु दसां ही पातशाहियां दी जोत। धन धन श्री गुरु ग्रंथ साहिब महाराज जी दी पावन पवित्र हजूरी। गुरुद्वारा दमदमा साहिब पातशाही पहली पातशाही छेवीं महान पवित्र इतिहासक स्थान ते विराजमान और यात्रा कर रही बहुत ही सन्मानयोग गुरु रूप साध संगत जी। सतगुरु जी दी महान बख्शिश है जो सानू सारिਆਂ ਨੂੰ महाराज ने ਅੰਮ੍ਰਿਤ ਵੇਲੇ ਉੱਠਣ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਪ ਪਿਆਰ ਵਾਲਿਆਂ ਨੇ ਉਦਮ ਕਰਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਗੁਰਦੇਵ ਆਪ ਸਾਰੀਆਂ ਸੰਗਤਾਂ ਦੀਆਂ ਤਿਲ ਫੁੱਲ ਸੇਵਾਵਾਂ ਭੇਟਾਵਾਂ ਆਪਣੇ ਦਰ ਪ੍ਰਵਾਨ ਕਰ ਸਭਨਾਂ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ। ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਾਣੀ ਪੜ੍ਹਨ ਸੁਣਨ ਕੰਠ ਕਰਨ ਦਾ ਹਜ਼ੂਰ ਚਾਹ ਬਖਸ਼ਿਸ਼ ਕਰਕੇ ਰਹਿਮਤ ਕਰਨ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਪ੍ਰਕਾਰ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣਦੇ ਰਹੀਏ ਜੀ। ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ। ਉਪਰੰਤ ਆਪ ਜੀ ਨੇ ਹੁਣੇ ਦਾਸ ਪਾਸੋਂ ਜੋ ਪਾਵਨ ਬਚਨ ਸਰਵਣ ਕੀਤੇ ਹਨ, ਇਹ ਪਵਿੱਤਰ ਬਚਨ ਰਾਗ ਗੌੜੀ ਥਿੱਤੀ ਕਬੀਰ ਜੀ ਕੀ ਸਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 343 ਤੇ ਇਹ ਬਚਨ ਦਰਜ ਨੇ। ਤੋ ਪਰਵਾ ਸਭ ਤੋਂ ਪਹਿਲੀ ਤਰੀਕ ਜਿਹੜੀ ਏ ਅਮਾਵਸਿਆ ਤੋਂ ਬਾਅਦ ਜਿਹੜਾ ਚਾਨਣਾ ਪੱਖ ਸ਼ੁਰੂ ਹੁੰਦਾ ਹੈ, ਏਕਮ ਦੂਜ ਤੀਜ ਚੌਥ ਤੇ ਪੰਚਮੀ, ਫਿਰ ਇਸੇ ਪ੍ਰਕਾਰ 14 ਤੱਕ ਜਾਂਦੀਆਂ ਨੇ ਤੇ ਫਿਰ ਪੂਰਨਮਾਸ਼ੀ ਵਾਲੇ ਦਿਨ ਚੰਦਰਮਾ ਪੂਰਾ ਹੋ ਜਾਂਦਾ ਹੈ। 15 ਦਿਨ ਦਾ ਇਹ ਚਾਨਣਾ ਪੱਖ ਡਨ ਹੋ ਜਾਂਦਾ, ਖਤਮ ਹੋ ਜਾਂਦਾ। ਔਰ ਜਿਵੇਂ ਹੀ ਪੂਰਨਮਾਸ਼ੀ ਹੁੰਦੀ ਹੈ ਅਗਲਾ ਦਿਨ ਫਿਰ ਘਟਣਾ ਸ਼ੁਰੂ ਹੋ ਜਾਂਦਾ ਚੰਦਰਮਾ, ਉਹਨੂੰ ਹਨੇਰਾ ਪੱਖ ਕਹਿੰਦੇ ਨੇ।
ਇੱਕ ਨੂੰ ਵਦੀ ਕਹਿੰਦੇ ਨੇ, ਦੂਜੇ ਨੂੰ ਸੁਦੀ ਕਹਿੰਦੇ ਨੇ। ਤੋ ਕੱਲ ਮੈਂ ਵਿਚਾਰ ਆਪ ਜੀ ਦੇ ਚਰਨਾਂ ਵਿੱਚ ਸ਼ੁਰੂ ਕੀਤੀ ਸੀ। ਵਿਚਕਾਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਵਾਲੇ ਪਾਸੇ ਸੁਰਤ ਚਲੀ ਗਈ, ਲਿਹਾਜ਼ਾ ਲੜੀਵਾਰ ਵਿਚਾਰਧੀਨ ਜਿਹੜੇ ਬਚਨ ਸਨ ਉਧਰੋਂ ਤਵੱਜੋ ਘਟ ਗਈ ਤੇ ਉਹ ਵਿਚਾਰ ਉੱਥੇ ਦੀ ਉੱਥੇ ਹੀ ਰਹਿ ਗਈ। ਸੋ ਅੱਜ ਫਿਰ ਵਿਚਾਰ ਨੂੰ ਉੱਥੋਂ ਪ੍ਰਾਰੰਭ ਕਰਾਂਗੇ। ਗੁਰੂ ਦੀ ਕਿਰਪਾ ਸਦਕਾ ਆਪ ਜੀ ਤੋਂ ਅਸੀਸ ਲੈ ਕੇ ਆਪ ਜੀ ਨੇ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨੀ, ਅਸੀਸ ਦੇਣੀ। ਚੰਦ ਮਿੰਟਾਂ ਦੀ ਬਾਤ ਹੈ, ਇਸੇ ਪ੍ਰਕਾਰ ਸਜੇ ਰਹਿਣਾ। ਆਓ ਵਕਤ ਜ਼ਾਇਆ ਨਾ ਕਰਦੇ ਹੋਏ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ ਔਰ ਸਾਰੀ ਸੰਗਤ ਇੱਕ ਵਾਰ ਪਿਆਰ ਨਾਲ ਰਸਨਾ ਪਵਿੱਤਰ ਕਰੋ, ਗੁਰਮੰਤਰ ਉਚਾਰਨ ਕਰੋ ਜੀ ਤੇ ਆਖੋ ਜੀ ਸਤਨਾਮ ਸ੍ਰੀ। ਫਿਰ ਆਖੋ ਜੀ ਸਤਨਾਮ ਸ੍ਰੀ। ਹਾਰਦਿਕ ਧੰਨਵਾਦ। ਪਰਿਵਾ ਪ੍ਰੀਤਮ ਕਰੋ ਵਿਚਾਰ, ਘਟ ਮਹਿ ਖੇਲੈ ਅਘਟ ਅਪਾਰ। ਕਾਲ ਕਲਪਨਾ ਕਦੇ ਨਾ ਖਾਏ, ਆਦ ਪੁਰਖ ਮੈਂ ਰਹਿ ਸਮਾਏ। ਚਾਰ ਪੰਕਤੀਆਂ ਨੇ ਇਸ ਪਦੇ ਦੀਆਂ, ਚਾਰ ਸਤਰਾਂ ਨੇ। ਹੁਣ ਆਮ ਤੌਰ ਤੇ ਵਿਚਾਰ ਕਰਨ ਵਾਲੇ ਤੇ ਵਿਚਾਰ ਸੁਣਨ ਵਾਲਿਆਂ ਵਿੱਚ ਵੀ ਲੌਜਿਕ ਹੈ ਨਾ। ਕਈ ਵਾਰ ਵਿਚਾਰ ਸੁਣਨ ਵਾਲੇ ਵੀ ਕਹਿ ਦਿੰਦੇ ਨੇ ਜੀ ਅਸੀਂ ਫਲਾਂ ਜਗ੍ਹਾ ਤੋਂ ਕਥਾ ਸੁਣੀ, ਉਹ 35-40 ਮਿੰਟ ਇੱਧਰ ਉੱਧਰ ਦੀਆਂ ਵਿਚਾਰਾਂ ਕਰਦੇ ਰਹੇ ਔਰ ਅਖੀਰ ਵਿੱਚ ਉਹਨਾਂ ਨੇ ਸ਼ਬਦ ਦੇ ਅੱਖਰੀ ਅਰਥ ਕਰਕੇ ਕੰਮ ਡਨ ਕਰ ਦਿੱਤਾ, ਉਹ ਸ਼ਬਦ ਵੱਲ ਤੇ ਆਏ ਹੀ ਨਹੀਂ। ਤਾਂ ਮੈਂ ਇੱਥੇ ਕਰਜ਼ ਕਰਾਂ, ਫਾਰ ਐਗਜ਼ਾਮਪਲ ਹੁਣ ਅੱਜ ਮੇਰੀ ਪਹਿਲੀ ਪੰਕਤੀ ਹੈ ਪਰਵਾ ਪ੍ਰੀਤਮ ਕਰੋ ਵਿਚਾਰ, ਪਰ ਜਦੋਂ ਇਹਦੀ ਕਥਾ ਸ਼ੁਰੂ ਕਰਨੀ ਹੈ ਨਾ, ਇਹਦੇ ਅਰਥ ਜਿਹੜੇ ਚੁੱਕਣੇ ਨੇ ਸਿਸਟੇਮੈਟਿਕਲੀ, ਉਹ ਨਾ ਪਹਿਲੀ ਪੰਕਤੀ ਤੋਂ ਚੁੱਕਣੇ ਨੇ, ਨਾ ਤੀਜੀ ਤੋਂ ਚੁੱਕਣੇ ਨੇ, ਨਾ ਚੌਥੀ ਤੋਂ ਚੁੱਕਣੇ ਨੇ। ਇਹ ਤਾਂ ਸਪਸ਼ਟ ਹੋਵੇਗਾ ਜੇ ਇਹਦੇ ਅਰਥ ਦੂਜੀ ਪੰਕਤੀ ਤੋਂ ਚੁੱਕੇ ਜਾਣਗੇ ਤੇ। ਕਿਉਂਕਿ ਗੱਲ ਸਿਰਫ ਇਹ ਨਹੀਂ ਵੀ ਤੁਸੀਂ ਸਟੀਕ ਪੜ੍ਹ ਲਿਆ, ਜਦੋਂ ਤੱਕ ਜਿਸ ਸ਼ਬਦ ਨੂੰ ਤੁਸੀਂ ਐਕਸਪਲੇਨ ਕਰਨਾ ਹੈ ਉਹਨੂੰ ਤੁਸੀਂ ਨਿੱਠ ਕੇ ਬੈਠ ਕੇ ਇਕਾਗਰਤਾ ਨਾਲ ਆਪ ਨਹੀਂ ਅੰਡਰਸਟੂਡ ਕਰਦੇ, ਉਹਨਾਂ ਚਿਰ ਤੁਸੀਂ ਉਹਨੂੰ ਐਕਸਪਲੇਨ ਵੀ ਨਹੀਂ ਕਰ ਸਕਦੇ। ਹੁਣ ਹਜ਼ੂਰ ਭਗਤ ਕਬੀਰ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਘਟ ਮਹਿ ਖੇਲੈ ਅਘਟ ਅਪਾਰ। ਅਘਟ ਅਪਾਰ, ਘਟ ਮੈਨੇ ਹਿਰਦਾ, ਘਟ ਦੇ ਗੇਤਰ ਐੜਾ ਜਿਹਦਾ ਅਰਥ ਹੈ ਹਿਰਦੇ ਤੋਂ ਬਾਹਰ। ਜਿਹੜਾ ਪ੍ਰਮਾਤਮਾ ਸਾਡੇ ਸਰੀਰਾਂ ਵਿੱਚ ਕੈਦ ਨਹੀਂ ਹੋ ਸਕਦਾ, ਘਟ ਮੈਂ ਖੇਲੈ ਅਘਟ ਅਪਾਰ। ਬੇਅੰਤ ਪ੍ਰਮਾਤਮਾ, ਅਪਾਰ ਪ੍ਰਭੂ ਜੋ ਸਰੀਰਾਂ ਵਿੱਚ ਕੈਦ ਨਹੀਂ ਹੋ ਸਕਦਾ, ਉਹ ਸਾਡੇ ਸਰੀਰਾਂ ਦੇ ਨਾਲ ਖੇਡ ਰਿਹਾ ਹੈ। ਭਾਵ ਸਾਡੇ ਸਰੀਰਾਂ ਵਿੱਚ ਕੈਦ ਵੀ ਨਹੀਂ ਤੇ ਸਾਡੇ ਸਰੀਰਾਂ ਵਿੱਚ ਮੌਜੂਦ ਵੀ ਹੈ। ਹੁਣ ਆਮ ਤੌਰ ਤੇ ਕੀ ਹੁੰਦਾ ਹੈ ਵੀ ਜਦੋਂ ਕੋਈ ਵੀ ਕਰਤਾ ਕੋਈ ਕਿਰਤ ਬਣਾਉਂਦਾ ਹੈ ਨਾ ਸਾਧ ਸੰਗਤ, ਤੇ ਉਹ ਉਸ ਕਿਰਤ ਤੋਂ ਵੱਖਰਾ ਹੋ ਜਾਂਦਾ ਹੈ, ਅਲੱਗ ਹੋ ਜਾਂਦਾ ਹੈ। ਫਾਰ ਐਗਜ਼ਾਮਪਲ ਜਿਨ੍ਹਾਂ ਕਾਰੀਗਰਾਂ ਨੇ ਇਹ ਇਮਾਰਤ ਬਣਾਈ, ਅੱਜ ਇੱਥੇ ਉਹ ਨਜ਼ਰ ਨਹੀਂ ਆਉਂਦੇ। ਇਹ ਇਮਾਰਤ ਉਹਨਾਂ ਦੀ ਬਣਾਈ ਹੋਈ ਹੈ, ਦੀਵਾਰਾਂ ਕਿਸੇ ਨੇ ਬਣਾਈਆਂ ਨੇ, ਖਿੜਕੀਆਂ ਕਿਸੇ ਨੇ ਬਣਾਈਆਂ ਨੇ, ਦਰਵਾਜ਼ੇ ਕਿਸੇ ਨੇ ਬਣਾਏ ਨੇ, ਬਿਜਲੀ ਦੀ ਫਿਟਿੰਗ ਕਿਸੇ ਨੇ ਕੀਤੀ ਹੈ, ਰੰਗ ਰੋਗਨ ਕਿਸੇ ਨੇ ਕੀਤਾ ਹੈ। 15 ਕਿਸਮ ਦੇ ਕਾਰੀਗਰ ਲੱਗੇ ਸਨ, ਜਿਹੜੇ ਕੰਮ 'ਚ ਐਕਸਪਰਟ ਸੀ। ਪਰ ਅੱਜ ਉਹਨਾਂ ਕਈ ਕਿਸਮਾਂ ਦੇ ਕਾਰੀਗਰਾਂ ਵਿੱਚੋਂ ਤੁਹਾਨੂੰ ਇੱਕ ਵੀ ਕਾਰੀਗਰ ਇੱਥੇ ਨਜ਼ਰ ਨਹੀਂ ਆਉਂਦਾ। ਅਸੀਂ ਆਮ ਤੌਰ ਤੇ ਜਿਹੜੀ ਚੀਜ਼ ਬਣਾਉਂਦੇ ਆ ਉਹਦੇ ਨਾਲੋਂ ਜੁਦਾ ਹੋ ਜਾਂਦੇ ਆ, ਪਰ ਕਰਤੇ ਦੀ ਇੱਕ ਵਧੀਕ ਗੱਲ ਹੈ ਵੀ ਉਹ ਆਪਣੀ ਕਿਰਤ ਦੇ ਵਿੱਚ ਚੌਂਕੜੀ ਮਾਰ ਕੇ ਬੈਠ ਜਾਂਦਾ ਹੈ। ਉਹ ਸਾਡੇ ਸਰੀਰਾਂ ਤੋਂ ਜੁਦਾ ਵੀ ਹੈ, ਸਾਡੇ ਸਰੀਰਾਂ ਦੇ ਵਿੱਚ ਬੈਠੇ। ਮੰਨ ਲਿਆ ਬਈ ਸਾਡੇ ਸਰੀਰ ਵਿੱਚ ਉਹ ਮੌਜੂਦ ਹੈ, ਪਰ ਜਦੋਂ ਸਾਨੂੰ ਕ੍ਰੋਧ ਆਉਂਦਾ ਹੈ ਤੇ ਉਹਨੂੰ ਕ੍ਰੋਧ ਨਹੀਂ ਆਉਂਦਾ, ਉਹ ਨਿਰਲੇਪ ਹੈ, ਪਰ ਹੈ ਸਾਡੇ ਵਿੱਚ ਹੀ ਮੌਜੂਦ। ਤੋ ਭਗਤ ਕਬੀਰ ਸਾਹਿਬ ਜਿਹੜੀ, ਵੇਖੋ ਕਬੀਰ ਸਾਹਿਬ ਦੀ ਜਿੰਨੀ ਬਾਣੀ ਹੈ ਰਹੱਸਮਈ ਹੈ। ਉਹਨਾਂ ਨੇ ਪਿੱਛੇ ਇੱਕ ਗੱਲ ਕੀਤੀ ਸੀ
ਵੀ ਮੈਨੂੰ ਇੱਕ ਬੜੀ ਅਦਭੁਤ ਬੜੀ ਰਹੱਸਮਈ ਵਸਤੂ ਪ੍ਰਮਾਤਮਾ ਨੇ ਦਿੱਤੀ। ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ। ਆ ਮੇਰਾ ਸਰੀਰ ਰੂਪੀ ਜਿਹੜਾ ਕੋਠਾ ਹੈ, ਇਹਦੇ ਵਿੱਚ ਇੱਕ ਪਰਮ ਕੋਠੀ ਹੈ ਮੇਰਾ ਦਿਮਾਗ। ਜਿਵੇਂ ਘਰ ਦੇ ਵਿੱਚ ਇੱਕ ਖਾਸ ਕਮਰਾ ਹੁੰਦਾ, ਖਾਸ ਕਮਰੇ 'ਚ ਇੱਕ ਖਾਸ ਦੀਵਾਰ ਦੇ ਵਿੱਚ ਸੇਫ ਟਾਈਪ ਚਿਣੀ ਹੁੰਦੀ ਹੈ, ਫਿਰ ਉਹਨੂੰ ਖੋਲੀਦਾ, ਫਿਰ ਉਹਦੇ ਵਿੱਚ ਇੱਕ ਹੋਰ ਖਾਸ ਖਾਨਾ ਹੈ, ਫਿਰ ਉਸ ਖਾਨੇ ਦੇ ਵਿੱਚ ਇੱਕ ਛੋਟਾ ਜਿਹਾ ਹੋਰ ਖਾਨਾ ਹੈ, ਉਹਦਾ ਹਰੇਕ ਨੂੰ ਪਤਾ ਨਹੀਂ ਹੁੰਦਾ। ਇਸ ਤਰ੍ਹਾਂ ਪ੍ਰਮਾਤਮਾ ਨੇ ਸਾਡੇ ਸਰੀਰ ਰੂਪੀ ਕੋਠੇ ਵਿੱਚ ਇੱਕ ਦਿਮਾਗ ਰੂਪੀ ਦਸਮ ਦਵਾਰ ਰੂਪੀ ਇੱਕ ਛੋਟੀ ਜੀ ਕੋਠੜੀ ਬਣਾਈ ਹੈ। ਕੋਠਰੇ ਮੈਂ ਕੋਠਰੀ ਔਰ ਫਿਰ ਪਰਮ ਕੋਠੀ ਵਿਚਾਰ। ਤੇ ਪ੍ਰਮਾਤਮਾ ਨੇ ਉਸ ਪਰਮ ਕੋਠੀ ਦੇ ਵਿੱਚ ਮੈਨੂੰ ਨਾਮ ਰੂਪੀ ਵਸਤੂ ਦਿੱਤੀ, ਤੇ ਮੈਂ ਉਹ ਜਿਹੜੀ ਨਾਮ ਰੂਪੀ ਵਸਤੂ ਮੈਨੂੰ ਰੱਬ ਕੋਲੋਂ ਪ੍ਰਾਪਤ ਹੋਈ, ਮੈਂ ਸੰਸਾਰੀਆਂ ਨੂੰ ਦਿੱਤੀ, ਪਰ ਕਿਸੇ ਨੇ ਕਹਿੰਦੇ ਨੇ ਪ੍ਰਾਪਤ ਹੀ ਨਹੀਂ ਕੀਤੀ। ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ। ਵਿਰਲੇ ਭਾਗਾਂ ਵਾਲੇ ਜਿਨ੍ਹਾਂ ਨੇ ਇਹ ਵਸਤੂ ਫਿਰ ਪ੍ਰਾਪਤ ਕੀਤੀ। ਇਹ ਰਹੱਸਮਈ ਗੱਲਾਂ ਨੇ। ਹੁਣ ਕੀ ਬਖਸ਼ਿਸ਼ ਕਰ ਰਹੇ ਨੇ ਕਬੀਰ ਸਾਹਿਬ ਮਹਾਰਾਜ? ਕਹਿੰਦੇ ਨੇ ਜਿਹੜਾ ਪ੍ਰਮਾਤਮਾ ਅਪਾਰ ਹੈ, ਬੇਅੰਤ ਹੈ, ਸਰੀਰਾਂ ਵਿੱਚ ਉਹਨੂੰ ਕੈਦ ਨਹੀਂ ਕੀਤਾ ਜਾ ਸਕਦਾ, ਉਹ ਫਿਰ ਵੀ ਸਾਡੇ ਸਰੀਰਾਂ ਵਿੱਚ ਖੇਡ ਰਿਹਾ। ਅਸੀਂ ਸਾਰੇ ਉਸ ਦੇ ਖਿਡਾਏ ਹੋਏ ਖੇਡ ਰਹੇ ਹਾਂ। ਉਹ ਜਿਹੜਾ ਪ੍ਰਮਾਤਮਾ ਸਰੀਰਾਂ ਵਿੱਚ ਕੈਦ ਨਹੀਂ, ਫਿਰ ਵੀ ਸਾਡੇ ਹਿਰਦਿਆਂ ਵਿੱਚ ਖੇਡ ਰਿਹਾ ਹੈ। ਪਰਵਾ ਪ੍ਰੀਤਮ ਕਰੋ ਵਿਚਾਰ। ਏਕਮ ਤਰੀਕ ਨੂੰ ਇਹ ਉਪਦੇਸ਼ ਹੈ ਵੀ ਉਸ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰੋ। ਉਹਦੇ ਗੁਣ ਕੀ ਨੇ? ਉਹਦੇ ਬੇਅੰਤ ਗੁਣ ਨੇ। ਉਹਦਾ ਇੱਕ ਬੇਅੰਤ ਗੁਣਾਂ ਵਿੱਚੋਂ ਇਹ ਵੀ ਗੁਣ ਹੈ ਵੀ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ। ਉਹ ਦੀਨਾਂ ਦੀ ਪ੍ਰਤਪਾਲਨਾ ਕਰਦਾ, ਪਰਵਰਿਸ਼ ਕਰਦਾ ਸਾਡੀ। ਰੋਜ਼ੀ ਤੇ ਅਸੀਂ ਕਮਾਨੇ ਆ, ਪਾਣੀ ਦਾ ਪ੍ਰਬੰਧ ਅਸੀਂ ਕਰਨੇ ਆ, ਪਰ ਸਾਧ ਸੰਗਤ ਜਿਸ ਧੁੱਪ ਤੋਂ ਬਿਨਾਂ, ਜਿਸ ਹਵਾ ਤੋਂ ਬਿਨਾਂ ਅਸੀਂ ਜ਼ਿੰਦਾ ਨਹੀਂ ਰਹਿ ਸਕਦੇ, ਉਹ ਸਾਨੂੰ ਕਮਾਣੀ ਥੋੜ੍ਹਾ ਪੈਂਦੀ ਹੈ। ਉਹ ਧੁੱਪ, ਉਹ ਵਾਯੂ, ਆਕਸੀਜਨ, ਉਹ ਸਾਨੂੰ ਬਿਨਾਂ ਮੰਗੇ। ਔਰ ਵੇਖੋ, ਪਾਣੀ ਪੀਣਾ ਪੈਂਦਾ ਗਲਾਸ ਪਕੜ ਕੇ, ਪ੍ਰਸ਼ਾਦਾ ਛਕਣਾ ਪੈਂਦਾ, ਉਹਦੇ ਤਰਸ ਵੇਖੋ। ਆਕਸੀਜਨ ਸਭ ਤੋਂ ਲਾਜ਼ਮੀ ਹੈ ਸਾਡੀ ਜ਼ਿੰਦਗੀ 'ਚ, ਉਹਦੇ ਲਈ ਸਾਨੂੰ ਕਰਨਾ ਕੁਛ ਵੀ ਨਹੀਂ ਪੈਂਦਾ। ਬਿਮਾਰ ਹੋ ਜਾਈਏ ਤੇ ਡਾਕਟਰ ਨੂੰ ਨਾਸਕਾ ਤੇ ਮਾਸਕ ਲਾਣਾ ਪੈਂਦਾ ਆਕਸੀਜਨ ਵਾਲਾ, ਪਰ ਉਹਦਾ ਇਸ ਤਰ੍ਹਾਂ ਦਾ ਸਿਸਟਮ ਹੈ ਵੀ ਆਕਸੀਜਨ ਖੁਦ ਸਾਡੀ ਨਾਸਕਾ ਤੱਕ ਪਹੁੰਚ ਕਰਦੀ ਹੈ। ਧੁੱਪ ਖੁਦ ਯਾਤਰਾ ਕਰਕੇ ਸਪੇਸ ਵਿੱਚੋਂ ਸਾਡੀ ਸਕਿਨ ਤੱਕ ਪਹੁੰਚ ਕਰਦੀ ਹੈ। ਇਹ ਕਿਹਨੇ ਸਾਰਾ ਕੁਝ ਕੀਤਾ? ਇਹ ਨਿਰੰਕਾਰ ਦਾ ਤਰਸ ਹੈ। ਔਰ ਉਹਦਾ ਸਾਨੂੰ ਕੋਈ ਬਿੱਲ ਨਹੀਂ ਆਉਂਦਾ। ਪਾਣੀ ਦਾ ਵੀ ਬਿੱਲ ਆ ਜਾਂਦਾ, ਬਿਜਲੀ ਦਾ ਵੀ ਬਿੱਲ ਆ ਜਾਂਦਾ, ਮਹੀਨੇ ਬਾਅਦ ਦੁੱਧ ਵਾਲਾ ਵੀ ਆਪਣੀ ਪਰਚੀ ਰੱਖ ਜਾਂਦਾ, ਗੱਡੀਆਂ ਨੂੰ ਕੱਪੜਾ ਮਾਰਨ ਵਾਲਾ ਵੀ ਆਪਣੀ ਪਰਚੀ ਰੱਖ ਜਾਂਦਾ, ਪੋਚੇ ਵਾਲੀ ਵੀ ਦੱਸ ਦਿੰਦੀ ਹੈ ਮੇਰੇ ਇੰਨੇ ਹੋ ਗਏ ਨੇ, ਸਬਜ਼ੀਆਂ ਵਾਲਾ ਵੀ ਮਹੀਨੇ ਬਾਅਦ ਪਰਚੀ ਫੜਾ ਜਾਂਦਾ, ਫਲਾਂ ਵਾਲਾ ਵੀ ਫੜਾ ਜਾਂਦਾ, ਗਰੋਸਰੀ ਵਾਲਾ ਵੀ ਫੜਾ ਜਾਂਦਾ। 20 ਕਿਸਮ ਦੀਆਂ ਪਰਚੀਆਂ ਗ੍ਰਸਤੀ ਦੇ ਘਰ ਆਉਂਦੀਆਂ ਨੇ। ਪਰ ਕਮਾਲ ਦੀ ਗੱਲ ਹੈ ਵੀ ਜਿਹੜੀ ਬੜੀ ਲਾਜ਼ਮੀ ਚੀਜ਼ ਹੈ, ਸਾਧ ਸੰਗਤ, ਹੁੰਦਾ ਕੀ ਹੈ ਵੀ ਜਿਹੜੀ ਚੀਜ਼ ਬਿਨਾਂ ਮੰਗਿਆ ਮਿਲੇ ਨਾ, ਜਿਹੜੀ ਚੀਜ਼ ਫ੍ਰੀ ਵਿੱਚ ਮਿਲੇ ਨਾ, ਮਨੁੱਖ ਨੂੰ ਉਹਦੀ ਕਦਰ ਨਹੀਂ ਰਹਿੰਦੀ। ਕਦੀ ਕਦੀ ਉਹ ਬੇਸ਼ਕੀਮਤੀ ਹੁੰਦੀ ਹੈ। ਬੇਸ਼ਕੀਮਤੀ ਸ਼ਬਦ ਵੀ ਬਾਉਣਾ ਹੈ, ਉਹਦੀ ਕੀਮਤ ਕੋਈ ਦੇ ਹੀ ਨਹੀਂ ਸਕਦਾ। ਅੰਨ ਤੋਂ ਬਿਨਾਂ, ਜਲ ਤੋਂ ਬਿਨਾਂ ਅਸੀਂ 2 ਦਿਨ, 4 ਦਿਨ, 10 ਦਿਨ, 20 ਦਿਨ, ਮਹੀਨਾ, 40 ਦਿਨ ਜਿੰਦਾ ਰਹਿ ਸਕਨੇ ਆ। ਪਰ ਕੀ ਆਕਸੀਜਨ ਤੋਂ ਬਿਨਾਂ ਕੋਈ 40 ਮਿੰਟ ਵੀ ਜਿੰਦਾ ਰਹਿ ਸਕਦਾ? ਪਰ ਉਹ ਸਾਨੂੰ ਆਕਸੀਜਨ ਵੀ ਮੁਹੱਈਆ ਕਰਵਾਉਂਦਾ ਹੈ, ਉਹ ਸਾਨੂੰ ਧੁੱਪ ਮੁਹੱਈਆ ਕਰਾਉਂਦਾ ਹੈ, ਉਹਨੇ ਸਾਨੂੰ ਸ਼ੀਤਲ ਜਲ ਬਖਸ਼ਿਸ਼ ਕੀਤਾ ਹੈ, ਉਹਨੇ ਸਾਨੂੰ ਬੇਅੰਤ ਪਦਾਰਥ ਦਿੱਤੇ ਨੇ। ਔਰ ਫਿਰ ਹਜ਼ੂਰ ਲਿਖਦੇ ਨੇ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀ ਮਨ ਗਾਰੈ। ਪਛ, ਪਸ਼ੂ, ਨਗ, ਨਾਗ, ਨਰਾ, ਧੱਪ, ਜਿੰਨੇ ਜੀਵਾਂ ਦਾ ਮੈਂਸ਼ਨ ਹੋਇਆ ਇਹਨਾਂ ਬਾਰੇ ਕਹਿੰਦੇ ਨੇ ਸਰਬ ਸਮੇਂ ਸਭ ਕੋ ਪ੍ਰਤਪਾਰ ਹੈ। ਕੈਸੀ ਵਿਦਵਤਾ ਹੈ ਕਲਗੀਧਰ ਪਾਤਸ਼ਾਹ ਦੀ। 2 ਲਫ਼ਜ਼ਾਂ ਵਿੱਚ ਸਭ ਕੁਝ ਕਵਰ ਕਰ ਲਿਆ, ਸਰਬ ਸਮੇਂ ਔਰ ਸਭ ਕੋ, ਹਰੇਕ, ਐਵਰੀ ਟਾਈਮ ਔਰ ਐਵਰੀ ਬੋਡੀ। ਹਰੇਕ ਜੀਵ ਨੂੰ ਹਰੇਕ ਵਕਤ ਪਰਵਰਿਸ਼ ਕਰਦਾ, ਭੁੱਲਦਾ ਨਹੀਂ।
ਵੀ ਚੱਲ ਸਾਰੀ ਉਮਰ ਹੋ ਗਈ ਹੈ ਤੈਨੂੰ ਰੋਜ਼ ਹੀ ਦਿੰਦਿਆਂ ਨੂੰ, ਅੱਜ ਭੁੱਲ ਗਿਆ ਤੇ ਤਾਂ ਕੀ ਹੋ ਗਿਆ। ਭਾਵੇਂ ਕੋਈ 100 ਸਾਲ ਦੀ ਉਮਰ ਬਸ਼ਰ ਕਰੇ, ਇੱਕ ਦਿਨ ਵੀ ਨਹੀਂ ਭੁੱਲਦਾ ਮੁਹੱਈਆ ਕਰਨ ਲੱਗਾ। ਹਰ ਚੀਜ਼ ਉਹਦਾ ਨਿਯਮ ਬਣਿਆ ਹੋਇਆ, ਆਟੋਮੈਟਿਕ ਸਪਲਾਈ ਹੋ ਰਹੀ ਹੈ। ਇਹ ਪਰਵਾ ਪ੍ਰੀਤਮ ਕਰੋ ਵਿਚਾਰ, ਇਹ ਉਹਦੇ ਗੁਣਾਂ ਦੀ ਵਿਚਾਰ ਕਰਿਆ ਕਰ ਆਪਣੀ ਸੁਰਤ ਦੇ ਵਿੱਚ। ਇਹ ਵਾਹਿਗੁਰੂ ਤੂੰ ਕੈਸਾ ਨਿਜ਼ਾਮ ਬਣਾਇਆ, ਕੈਸੀ ਬਖਸ਼ਿਸ਼ ਕੀਤੀ ਹੈ, ਕਿਸੇ ਵਸਤੂ ਦੀ ਕਮੀ ਨਹੀਂਗੀ। पस पशु नग नाग नराधप सर्ब समय सब को प्रतपारै, पोखत है जल में थल में पल में कल के नहीं कर्म विचारै। साडी पोखना करदा है, जेड़े 42 लाख जी जल में होते उन्हां दी भी परवरिश करदा है, जेड़े थल ते रहिंदे ने उन्हां दी भी, जेड़े नभ विच उडदे ने उन्हां दी भी परवरिश करदा है। साडे कर्म नहीं विचारदा भी ये करदे की ने। जे किते साडे कर्मां वल वेखे ना ते फिर ते असीं कहने भी अपनी करनी कर नरक हूं ना पावो ठौर। अपनी कर्मां करके तो असीं कुछ प्राप्त कर ही नहीं सकते, साडे पल्ले ते कुछ भी नहीं है, ते तेरा तरस है ते तेरी दया है। पोखत है जल में थल में पल में कल के नहीं कर्म विचारे। अखीर च कहंदे ने दीन दयाल दया निध, इदां पढ़ना इहनूं, निध ते विश्राम देना है। दीन दयाल, दीना ते दया करन वाला, दया निध दया दा सागर। फिर हौली जी कहंदे ने दोखन देखत है। तुसी ग्लोबल दे उत्ते खोज करो ना, कई कई हज़ार मील, कई मुल्कां दा खेत्रफल है, कई कई हज़ार मील, पर सारे कामरेड ने। मीनस रब कोई नहीं गा। तुसी जाके वेखो रिजक उन्हां कोल साडे नालों ज़्यादा है, सुख सुविधा उन्हां कोल, क्योंकि उन्होंने गुस्सा नहीं आउंदा, वो खिजदा नहीं। भी तुसी ते लोगां नूं कई कई बिलियन अमेरिकन डॉलर का लिटरेचर वंडदे हो एवरी ईयर, भी दुनिया के लोगों कोई वहम ना करो, रब नाम की कोई चीज़ नहीं, मैं तुहानूं रिजक क्यों दियां? कहंदा तुहानूं ज़्यादा देंगा, क्योंकि मैं निर्वैर हाँ। मैं खुशामद पसंद नहीं भी जेड़े मैनू वाह वाह कहणगे उन्होंने देंगा, तो जेड़े ना ना कहणगे उन्होंने नहीं देंगा। दोखन देखत है, अपने दोखियां नूं भी देखदा, पर देत ना हारे। हारे दे अर्थ ने थकदा नहीं गा, देंदा दे लैंदे थक पाहे। वो देण वाला दही तुरिया जांदा है, दही तुरिया जांदा है, दही तुरिया जांदा है, दही तुरिया जांदा है। असीं लै लै के थक जाने, खा खा के दंद डिग पैंदे ने, कपड़े पा पा के स्किन जिहड़ी है वो प्रभावित हो जाती है, हाजमे खराब हो जाते हैं पदार्थ खा खा के, ਉਹਦੇ गोदाम उकड़ मुकड़ विच नहीं होंदे, दही तुरिया जाता है, दही तुरिया जाता है। इन्ना बेअंत है। इसलिए करो विचार, ਉਹਦੇ परोपकारां नूं सुरत विच लिया लिया के घुमा घुमा के विचार करिया करो। आ भी तेरा शुक्र है। एक हुक्मनामा तुसीं पंजवें पातशाह का उचारण किया होया अक्सर बख्शिश हुंदा है, जदों महाराज का अमृत वेले प्रकाश हुंदा, कदी कदी ਉਹਦੇ भी दर्शन हुंदे ने। पंजवें पातशाह ਉਹਦੇ ਚ बख्शिश करते ने, तुम दाते ठाकुर प्रतपालक। हुण वेखो, जिहड़ा वैगुरू बेअंत है, साडे शरीरां विच कैद नहीं, पर फिर भी साडे शरीरां च खेडदा है। एकम तरीक तो ਉਹਦੇ गुणां दी विचार करनी शुरू कर दिओ। हुण ਉਹਦੇ गुण की ने? पहला ਉਹਦਾ गुण है ਉਹ दाता है। पंजवें पातशाह बड़े प्यार नाल कहंदे ने, तुम दाते ठाकुर, फिर प्रतपालक, फिर नायक, ते फिर पंजवा खसम हमारे। फिर कहंदे ने निमख निमख तुम ही प्रतपालो। सत्संग में हुणे अर्ज करके हटिया, निमख प्रतपालना करन दा की मतलब है? प्रशादा ते वध तों वध 3 वार छक लांगे, कोई ज़्यादा छक लवेगा 10 मिनट बाद, घंटे बाद छक लेगा। निमख निमख जिहड़ी साडी रिक्वायरमेंट है वो ऑक्सीजन दी है, तो भी मुहैया करवांदा है। इस वायु का भी गुरु ग्रंथ साहब विच जिक्र है भी तैनूं वो वायु भी प्रदान करता है और पर्याप्त मात्रा च देंदा है। वो साडा दाता है। दाता भी कैसा है? जिहदे कोल कोई वस्तु घट नहीं हुंदी।
ਜਿੰਨਾ ਵੰਡਦਾ ਹੈ ਉਹਦਾ ਵੰਡਣ ਦਾ ਵੇਖੋ ਤਰੀਕਾ ਕੀ ਹੈ। ਜਦੋਂ ਅਸੀਂ ਕਹਿੰਦੇ ਹਾਂ ਵੀ ਉਹਦੇ ਗੋਦਾਮ ਮੁੱਕਦੇ ਨਹੀਂ ਤੇ ਕੀ ਮਤਲਬ ਹੈ, ਇਹਨੂੰ ਥੋੜ੍ਹਾ ਜਿਹਾ ਸਮਝ ਲਓ, ਅੱਧਾ ਮਿੰਟ ਤੁਹਾਡਾ ਜ਼ਾਇਆ ਹੋਵੇਗਾ। ਉਹਨੇ ਇੱਕ ਰਚਨਾ ਇਸ ਤਰ੍ਹਾਂ ਦੀ ਰਚੀ ਵੀ ਉਸ ਜਿਹਦੇ ਉੱਤੇ ਸਾਡਾ ਜਨਮ ਹੋਇਆ ਗਲੋਬਲ ਤੇ, ਜਿਹਨੂੰ ਅਸੀਂ ਜ਼ਮੀਨ ਕਹਿੰਦੇ ਆ, ਉਸ ਜ਼ਮੀਨ ਦੇ ਵਿੱਚ ਇਸ ਤਰ੍ਹਾਂ ਦੀ ਸ਼ਕਤੀ ਪਾ ਦਿੱਤੀ ਵੀ ਲੈ ਬੰਦਿਆ ਜੋ ਕੁਝ ਤੂੰ ਪ੍ਰਾਪਤ ਕਰਨਾ ਹੈ ਨਾ ਇਹਦੇ ਚੋਂ ਕਰੀ ਜਾਈ, ਔਰ ਜਿੰਨਾ ਚਿਰ ਮਰਜੀ ਜੁਗਾਂ ਜੁਗਾਂਤਰਾਂ ਤੱਕ ਕਰੀ ਜਾਈ, ਇਹ ਸਰੈਂਡਰ ਨਹੀਂ ਕਰੇਗੀ। ਜੇ ਡਰਾਈ ਫਰੂਟ ਚਾਹੀਦੇ ਨੇ ਤੇ ਡਰਾਈ ਫਰੂਟ, ਫਰੂਟ ਚਾਹੀਦਾ ਹੈ ਤੇ ਫਰੂਟਸ, ਅਨਾਜ ਚਾਹੀਦਾ ਹੈ ਤੇ ਅਨਾਜ, ਸਬਜ਼ੀਆਂ ਚਾਹੀਦੀਆਂ ਨੇ ਤੇ ਸਬਜ਼ੀਆਂ, ਜੋ ਤੈਨੂੰ ਚਾਹੀਦਾ ਬੀਜੀ ਜਾਈ, ਇਹ ਤੈਨੂੰ ਮਲਟੀਪਲਾਈ ਕਰਕੇ ਰਿਟਰਨ ਕਰਦੀ ਜਾਏਗੀ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ, ਧਰਤੀ ਚੀਜੀ ਕਿਆ ਕਰੇ ਜਿਸ ਵਿੱਚ ਸਭ ਕੁਛ ਹੋਏ। ਛੋਟੇ ਛੋਟੇ ਬੱਚਿਆਂ ਨੂੰ ਹੁਣ ਤੇ ਲੈਂਗੁਏਜ ਬਦਲ ਗਈ ਹੈ ਨਾ, ਤੇ ਚੀਜੀ ਸ਼ਬਦ ਵੀ ਤੈਨੂੰ ਚੀਜੀ ਦਈਏ ਵਰਾਉਣ ਵਾਸਤੇ, ਬਹਿਲਾਉਣ ਵਾਸਤੇ। ਹਜ਼ੂਰ ਕਹਿੰਦੇ ਧਰਤੀ ਨੂੰ ਕਿਹੜੀ ਚੀਜੀ ਦਿਓਗੇ, ਕਿਉਂਕਿ ਸਾਰੀਆਂ ਚੀਜ਼ਾਂ ਤੇ ਧਰਤੀ ਨੇ ਸਾਨੂੰ ਦਿੱਤੀਆਂ ਨੇ। ਔਰ ਮੈਂ ਗੱਲ ਸਮਝਣ ਲਈ ਅਰਜ਼ ਕਰਨਾ ਹੁੰਦਾ ਵੀ ਕਿਸੇ ਇੱਕ ਵਸਤੂ ਨੂੰ ਤੁਸੀਂ ਹੱਥ ਲਾ ਕੇ ਇਦਾਂ ਕਹਿ ਦਿਓ ਵੀ ਆਹ ਧਰਤੀ ਚੋਂ ਨਹੀਂ ਪੈਦਾ ਹੋਈ। ਕੋਈ ਇੱਕ ਵੀ ਆਈਟਮ ਇਸ ਤਰ੍ਹਾਂ ਦੀ ਨਹੀਂ ਜਿਹੜੀ ਜ਼ਮੀਨ ਚੋਂ ਨਾ ਪੈਦਾ ਹੋਈ ਹੋਵੇ ਕਿਸੇ ਨਾ ਕਿਸੇ ਰੂਪ ਵਿੱਚ। ਸਭ ਕੁਝ ਹੈ। ਉਹਨੇ ਸਾਨੂੰ ਧਰਤੀ ਦਿੱਤੀ ਵੀ ਰਹਿੰਦੀ ਦੁਨੀਆ ਵਿੱਚ ਤੱਕ ਇਹਦੇ ਚੋਂ ਜੋ ਮਰਜ਼ੀ ਪ੍ਰਾਪਤ ਕਰਦਾ ਰਹੋ। ਇਹ ਨੇ ਉਹਦੇ ਗੋਦਾਮ, ਜਿਹੜੇ ਅਸੀਂ ਕਹਿੰਦੇ ਹਾਂ ਮੁੱਕਦੇ ਨਹੀਂਗੇ, ਜਿਹੜੇ ਅਸੀਂ ਕਹਿੰਦੇ ਹਾਂ ਉਹਨੂੰ ਸਟੋਰ ਨਹੀਂ ਕਰਨੇ ਪੈਂਦੇ ਵਾਰ-ਵਾਰ। ਧਰਤੀ ਵੀ ਉਹਦਾ ਗੋਦਾਮ ਹੈ, ਆਕਾਸ਼ ਵੀ ਉਹਦਾ ਗੋਦਾਮ ਹੈ, ਜਿਹਦੇ ਵਿੱਚੋਂ ਸਾਨੂੰ ਸੂਰਜ ਦੀਆਂ ਕਿਰਨਾਂ ਆਉਂਦੀਆਂ ਨੇ, ਜਿਹਦੇ ਵਿੱਚੋਂ ਸਾਨੂੰ ਆਕਸੀਜਨ ਆਉਂਦੀ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਪ੍ਰਤਪਾਲਕ ਮੈਨੇ ਜਿਹੜਾ ਪਰਵਰਿਸ਼ ਕਰੇ। ਨਾਇਕ ਦੇ ਅੱਖਰੀ ਅਰਥ ਹੁੰਦੇ ਨੇ ਆਗੂ, ਇਹਦਾ ਵਿਪਰੀਤ ਸ਼ਬਦ ਜਿਹੜਾ ਖਲਨਾਇਕ ਹੈ, ਮੂਰਖ ਆਗੂ। ਔਰ ਖਸਮ ਤੂੰ ਸਾਡਾ ਮਾਲਕ ਹੈ, ਹਰ ਪਲ ਹਰ ਨਿਮਕ ਅੱਖ ਝਮਕਣ ਜਿੰਨਾ ਸਮਾਂ ਵੀ ਸਾਨੂੰ ਤੂੰ ਇਗਨੋਰ ਨਹੀਂ ਕਰਦਾ। ਸਾਨੂੰ ਵੇਖਣਾ ਹੈ, ਕੇਅਰ ਕਰਨਾ ਹੈ, ਸਾਨੂੰ ਪਾਲਣਾ ਹੈ, ਸਾਡੀਆਂ ਜ਼ਰੂਰਤਾਂ ਪੂਰੀਆਂ ਕਰਨਾ ਹੈ। ਕਬੀਰ ਸਾਹਿਬ ਨੇ ਕਿਹਾ ਪਰਵਾ ਪ੍ਰੀਤਮ ਕਰੋ ਵਿਚਾਰ। ਪਰਵਾ ਮੈਨੇ ਏਕਮ ਤਿੱਥ ਜਿਹੜੀ ਹੈ, ਮੱਸਿਆ ਤੋਂ ਬਾਅਦ ਜਿਹੜਾ ਪਹਿਲਾ ਦਿਨ ਹੈ, ਉਹ ਦਿਨ ਕੀ ਕਰੋ, ਵਾਹਿਗੁਰੂ ਦੇ ਵਿਚਾਰ ਕਰਨੇ ਸ਼ੁਰੂ ਕਰ ਦਿਓ, ਵਾਹਿਗੁਰੂ ਦੀਆਂ ਦਾਤਾਂ ਨੂੰ ਸੁਰਤ ਵਿੱਚ ਲਿਆਉਣਾ ਸ਼ੁਰੂ ਕਰ ਦਿਓ, ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ। ਜੋ ਨਹੀਂ ਦਿੱਤਾ ਸਿਰਫ ਉਹਦਾ ਮੈਂਸ਼ਨ ਨਾ ਸੁਰਤ ਵਿੱਚ ਕਰੋ, ਜੋ ਦਿੱਤਾ ਹੈ ਉਹਦਾ ਵੀ ਕਰੋ, ਔਰ ਜੋ ਨਹੀਂ ਦਿੱਤਾ ਫਿਰ ਉਹਦੇ ਬਾਰੇ ਅਰਦਾਸ ਕਰੋ। ਤੇ ਆਖੋ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਜੀ ਕਾਰਜ ਦਿਓ ਸਵਾਰ ਸਤਿਗੁਰ ਸੱਚ ਸਾਖੀ। ਚੌਂ ਬੰਦਿਆਂ 'ਚ ਕਿਸੇ ਬੰਦੇ ਨੂੰ ਕਹੀਏ ਨਾ ਜੀ ਮੇਰਾ ਫਲਾਣਾ ਕੰਮ ਸੀ ਤੇ ਭਰਾਵੋ ਉਹ ਅੜ ਗਿਆ ਸੀ ਤੇ ਇਸ ਵੀਰ ਜੀ ਨੇ ਮੇਰਾ ਉਹ ਕੰਮ ਕਰਾਇਆ। ਇੱਕ ਵਾਰੀ ਹੋਰ ਕੰਮ ਪੈ ਗਿਆ, ਉਹ ਵੀ ਮੈਂ ਭੱਜ ਭੱਜ ਕੇ ਥੱਕ ਗਿਆ, ਨਹੀਂ ਹੋਇਆ, ਮੈਂ ਵੀਰ ਜੀ ਉਹਨਾਂ ਨੂੰ ਬੇਨਤੀ ਕੀਤੀ, ਮੇਰਾ ਉਹ ਵੀ ਇਹਨਾਂ ਨੇ ਕੰਮ ਕਰਾ ਦੇ। ਫਿਰ ਹੌਲੀ ਦਿਨੇ ਉਹਨੂੰ ਇੱਕ ਹੋਰ ਕੰਮ ਕਹੀਏ ਤੇ ਉਹ ਵੀ ਕਰਾ ਦਿੰਦਾ ਹੈ। ਕਿਉਂਕਿ ਤਾਰੀਫ ਕਿਹਨੂੰ ਨਹੀਂ ਚੰਗੀ ਲੱਗਦੀ, ਉਪਮਾ ਕਿਹਨੂੰ ਚੰਗੀ ਨਹੀਂ ਲੱਗਦੀ। ਪਰ ਜੇ ਉਹਦੇ 4-5 ਪਹਿਲੇ ਉਪਕਾਰ ਜਿਹੜੇ ਨੇ ਉਹਨਾਂ ਦਾ ਤੇ ਮੈਂਸ਼ਨ ਹੀ ਨਾ ਕਰੀਏ ਤੇ ਉਹਨੂੰ ਕਹੀਏ ਵੀ ਆ ਇੱਕ ਕੰਮ ਤੈਨੂੰ ਪਰਸੋਂ ਕਿਹਾ ਸੀ, ਤੂੰ ਗੱਲ ਹੀ ਨਹੀਂ ਸੁਣਦਾ, ਕਰਾਂਦਾ ਹੀ ਨਹੀਂਗਾ, ਤੂੰ ਕਹੇਗਾ ਵੀ ਭਰਾਵਾ ਮੈਂ ਕੋਈ ਜ਼ਿੰਮੇਵਾਰੀ ਥੋੜਾ ਲਈਏ, ਤੇਰੀ ਠੇਕਾ ਥੋੜਾ ਲਿਆ, ਤੂੰ ਆਪੇ ਕਰਵਾ ਲੈ। ਤਰੀਕਾ ਹੈ ਨਾ ਕੰਮ ਕਰਾਉਣ ਦਾ। ਰੱਬ ਦੇ ਵੀ ਕੀਤੇ ਹੋਏ ਪਰਉਪਕਾਰਾਂ ਨੂੰ ਪਹਿਲਾਂ ਮੈਂਸ਼ਨ ਕਰਕੇ ਫਿਰ ਅਰਦਾਸ ਕਰੀਏ। ਤੇ ਫਿਰ ਪੰਜਵੇਂ ਪਾਤਸ਼ਾਹ 4-5 ਵਿਸ਼ੇਸ਼ਣ ਅਕਾਲ ਪੁਰਖ ਦੇ ਦੱਸ ਕੇ ਨਾ ਪਿਆਰਿਓ, ਫਿਰ ਕਹਿੰਦੇ ਨੇ ਵਾਹਿਗੁਰੂ ਮੈਂ ਕਿੰਨੇ ਕੁ ਗਿਣਾਂਗਾ, ਮੈਂ ਇੱਕ ਮੁੱਕ ਦੀ ਗੱਲ ਕਰਦੇ ਹਾਂ, ਤੇਰੇ ਜਿਹੜੇ ਗੁਣ ਨੇ ਉਹਨਾਂ ਕਿੰਨੇ ਕੁ ਗੁਣਾਂ ਦਾ ਮੈਂ ਜ਼ਿਕਰ ਕਰਾਂਗਾ ਵੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ। ਮੈਂ ਮੁੱਕ ਦੀ ਗੱਲ ਕਰਨਾ ਵਾਂ ਵੀ ਜੇਵਾ ਏਕ ਕਵਣ ਗੁਣ ਕਹੀਏ। ਤੇਰੇ ਉਪਕਾਰ ਤੇ ਬੇਅੰਤ ਨੇ, ਹੁਣ ਮੇਰੇ ਕੋਲ ਜੀਭ ਇੱਕੋ ਹੀ ਏ, ਤੇਰੇ ਗੁਣ ਬੇਅੰਤ ਨੇ ਤੇ ਮੈਂ ਇਹਦੇ ਨਾਲ ਕਦੋਂ ਤੱਕ ਕਵਾਂਗਾ। ਮੈਂ ਸੰਖੇਪ ਵਿੱਚ ਇੱਕੋ ਵਾਰਾਂ ਗੱਲ ਮੁਕਾ ਦੇਣਾ ਵੀ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਏ। ਤੇਰੇ ਬੇਅੰਤ ਗੁਣ ਨੇ, ਤੇਰੇ ਬੇਅੰਤ ਪਰਉਪਕਾਰ ਨੇ। ਸਾਨੂੰ ਇਸ ਤਰ੍ਹਾਂ ਕਹਿਣਾ ਚਾਹੀਦਾ। ਕਬੀਰ ਸਾਹਿਬ ਕਹਿ ਰਹੇ ਨੇ ਘਟ ਮੈਂ ਖੇਲੈ ਅਘਟ ਅਪਾਰ। ਅਪਾਰ ਤੋਂ ਅਰਥ ਚੁੱਕਣੇ ਨੇ ਇਸ ਪਦੇ ਦੇ। ਜਿਹੜਾ ਬੇਅੰਤ ਪ੍ਰਭੂ ਏ ਸਾਡੇ ਸਰੀਰਾਂ ਵਿੱਚ ਕੈਦ ਨਹੀਂ, ਉਹ ਪ੍ਰਮਾਤਮਾ ਸਾਡੇ ਦਿਲਾਂ ਦੇ ਵਿੱਚ ਖੇਡ ਰਿਹਾ ਹੈ। ਔਰ
उस परमात्मा के परोपकारां नूं परत परत के सुरत दे विच विचार दे विच लिया। होर की कर, आद पुरख काल कल्पना कदे ना खाए। जदों तू इस तरह करेगा ना तो जिहड़ा काल है, जिहड़ी मौत है, उहदी कल्पना सुरत विच उस चीज़ नूं लियाउणा, हाय मैं मर ना जा, ये चीज़ खत्म हो जाए। दूजे शब्दां च इंज कह लो भी तेरा मौत का डर दूर हो जाएगा। मौत का डर, मौत का डर उदों तेरा दूर होवेगा जदों तू उहदे गुणां दा गायन करना शुरू करेगा। फिर तेनू पता लगेगा बई वो बड़ी वार उन्हें मेरे कोलों ये जिंद लई है तो बड़ी वार उन्हें मैनू वापस दिती है। दे लैसें जिंद कवाओ, कवाओ मैंने काया बॉडी शरीर पिंडा ते जिंद दे भाव स्पष्ट ने। तू जीवां नू आप ही शरीर ते जिंद देना है और फिर आप ही उन्हां कोलों वकत आउण ते खोल, और जदों खोंदा है ना उदों भी परोपकार करदा है, जदों देंदा है उदों भी परोपकार करदा है। ये गल वखरी है भी सानू समझ देर नाल आउंदी है। जदों देंदा है उदों ते असीं खुश हुन्ने आ भी घर दे विच बच्चा होया है, वधाइयां ने, खुशियां मनाइयां। हुण जदों लैंदा है उदों साडा की भला करदा है जी, उदों भी भला करदा है। की भला करदा है? इस शरीर नाल मोह हो जांदा है, शरीर छड्डण ते दिल नहीं करदा, पर शरीर शरीर रहिंदा नहीं, कन्नां तो सुणदा नहीं, अखां तो दिसदा नहीं, पैरां तो तुरिया नहीं जांदा, हत्थ काम नहीं करदे, ब्रेन वीक हो जांदा है, यानी सारा शरीर ही कमज़ोर हो जांदा है। और फिर उन्होंने तरस आ जाता है बई ये अजे मेरे चरणों में तो अभेद नहीं होना चाहता, अजे मेला वेखना चाहता है। पर मेला वेखण वास्ते जिहड़ा इहदे कोल वहीकल है ना वो बिल्कुल जरा जीर्ण हो चुका है। चलो इहदे कोलों पुराना वहीकल खो के ना इहनूं कोई नवां वहीकल देने आ। जिवें एक अमीर बाप अपने पुत्र दा पुरानी मोटर पुराना वहीकल वेख के बर्दाश्त नहीं करता, जे अफोर्ड कर सकदा होवे ते उहदे कोलों लै के उहनूं नवीं लिया के खड़ी कर दिंदा, बेटा तेरे वास्ते मोटर है, इहनूं यूज कर लिया कर। हुण ये गल ते सानूं समझ आउंदी है भी जदों बाप माँ इस तरह की कोई चीज़ बच्चे नूं गिफ्ट करते हैं, पुरानी उहदा खैड़ा छडांदे ने, तो उदों असीं थैंक्स करने आ, सानूं महसूस। पर ये जिहड़ा शरीर रूपी वहीकल है इहनूं असीं वहीकल समझिया ही नहीं, असीं खुद नूं वहीकल समझ लिया। ये जिहड़ी शरीर है ये शरीर ते असीं नहीं। इस शरीर दे अंदर एक होर चीज़ है जिन्हों असीं आत्मा कहने आ। नानक मेर शरीर का एक रथ एक रथवाहो। वो जिहड़ा रथवाहो जिन्हों कहंदे हो वो शरीर है, और रथ पुराना हो जाए वो कई बार लैके नवां दे दिंदा है, उदों भी वो परोपकार ही करता है। जदों ये गल समझ में आउंदी है फिर मौत का डर भी दूर हो जाता है, फिर सगों मनुख शुकराना करता है। फिर वो कहता कबीर मोहे मरने का चाओ है, सो काल कल्पना कदे ना खाए। उन्होंने कदी भी मौत की कल्पना सतांदी नहीं, वो मौत तो भय भीत नहीं हुंदा। और होर की करता है वो फिर, आद पुरख में रह समाए। आद मूल जिन्हें सारा कुछ रचिया है, और पुरख दे अखरी अर्थ हुंदे ने व्यापक। उहदे विच हर वक्त अभेद होया रहिंदा है, उहदे विच समाया रहिंदा है। साडे कोल 17-18 मिनट बचे ने। एक पदा होर जो थिती कबीर जी सरलेख हेठ इस रचना का ते तीजा पदा है। उन सिस्टमैटिकली अमावस तो बाद परवा तो बाद जिहड़ी द्वितीया दूज तरीक जिन्हों कहंदे ने उहदी व्याख्या है। परवा मैंने एकम पहली तरीक कह लो ठेठ पंजाबी च, ते हुण द्वितीया दे अर्थ ने यानी अमावस्या तो अगला दिन परवा ते उदू अगला दिन जिहड़ा उहनूं द्वितीया लिखिया। हुण उदण की करो, द्वितीया दो कर जाने अंग माया ब्रह्म रमै सब। हुण इहदे अर्थ तुसीं इत्थों ही चुक सकदे हो, पर परवा प्रीतम करो विचार दे अर्थ पहली पंक्ति की बजाय घट मैं खेल है अघट अपार तो चकने ने तां स्पष्ट होणगे।
माया ब्रह्म रमै सब संग दुतिया दूं कर जाने अंग। ਉਹਦੇ दो अंग ने परमात्मा दे, ये सानू समझना चाहिए। कबीर साहब कहते हैं किहड़े दो अंग ने? एक शिव एक शक्ति। शिव परमात्मा, शक्ति माया। ये उन्हें लीला रचाई है। जे माया ना होवे तो फिर संसार की लीला कादी है? जिस मौत तो असी डरने आ प्यारे, जे मौत ही ना होवे, किसी व्यक्ति की डैथ ही ना होवे, वो 100 साल का हो जाए, 200 साल का हो जाए, 3, फिर की दिलचस्पी की है संसार दे विच? सानू एहसास नहीं इस गल का, बिल्कुल फिक्की हो जाएगी, बेरस हो जाएगी। क्योंकि सुख का कोई एहसास नहीं हुंदा जदों तक जीवन च दुख ना होण। रिजक की कोई कदर नहीं जे भुख ना लगे, तो प्यास लगती है तो पानी की कदर पैंदी है। हनेरा ना होवे, बाजार विचों बल्ब कौन खरीदे? रखी फिरो, असी की करने ने? तो दो पहलू ने हरेक चीज दे, एक शिव एक शक्ति, एक माया एक ब्रह्म। दुतिया दूं कर जाने अंग, ओदे दो अंग ने, एक अंग ब्रह्म है, एक अंग ओदा माया है। माया भी वो आप ही है, ब्रह्म तो वो आप है ही। माया भी उन्हें बनाई है। क्यों बनाई है? हुण वेखो ना, कोई पहलवान ये कहे भी मैं बहुत बड़ा जेतू हाँ, ये पूछा जाता भी जित्या किनू है? वो कहे भी कुश्तियां होनियां सन, अजे पहलवान आई को नहीं सन, तो मैं झंडी लैके खाड़े दे विचों दी लंघ गया तो मैं जित गया वा। वो कहते भी तू जित्या कहदा, उत्थे तो कोई है ही नहीं सी। जे वकार ना होण, जे माया ना होवे, ते साडा फिर युद्ध किदे नाल? फिर असी जेतू किवें होवांगे? ये भी तो उन्हें एक रचना बनाई है, एक लीला बनाई है। दो पक्ष ने उहदे, पहला उन्हें अपने आप नूं बनाया है, आप ही ने आप साजियो, आप ही ने रचियो नाओ। ते फिर गुरु नानक साहब कहते ने दो ही कुदरत साजी है। कर आसन डिठो चाओ, घट मैं खेलिया घट पार, कर आसन डिठो चाओ। कादर ने कुदरत बनाई, कुदरत चौंकड़ी मार के बैठ गया। कबीर साहब कहते ने अव्वल पहला, सब तो पहला अल्लाह नूर उपाया, और कुदरत के सब बंदे। फिर कहते ने एक नूर ते सब जग उपजिया, कौन भले? नामदेव साहब कहते ने पहल पुरीए पुंडरक वन्ना। शुरू शुरू विच परमात्मा ने कौल फुल पैदा किए चिट्टे रंग दे। सृष्टि रचना का अपना अपना फलसफा है। नामदेव साहब का फलसफा यह है, पहल पहला, पहल सब तो पहला पुरीए पुंडरक वना, चिट्टे रंग दे कौल फुल, और तांचे हंसा सगले जन। जिन्ने जीव ने वो फिर पृथ्वी ते हंस रूपी पैदा कर दिते। कृष्णा ते जानो हर। हुण तुहानूं पता है इत्थे कृष्णा दे की अर्थ ने? जिहड़ी मैं अर्ज करना ना भी कीर्तन अपनी थां, कथा बड़ी जरूरी है। उदों फिर असीं नैगेटिव सोचने भी भाई माया का भुखा है, तां कहिंदा भी भोगां ते भी कथा होनी चाहिए है, आनंद कारज ते भी होनी चाहिए है। क्योंकि साडी फितरत है ना भी असीं नैगेटिव ही सोचना है। हुण दसो कृष्णा दे की अर्थ ने? सारी कम्यूनिटी इकट्ठी कर लो भी दसो, मेरा ख्याल 2% भी नहीं दस सकणगे। इत्थे कृष्णा दे अर्थ ने माया। कृष्णा दे अखरी अर्थ काला भी ने, ते माया नूं कालख भी कहा गया है। जदों महाराज बाणी च कहंदे ने काजी कृष्णा होया, जिहड़े काजी ने वो काले हो गए ने, वो रिश्वतखोर हो गए ने। तो सेंस वरती जाती है ना, एक पद अर्थ हुंदे ने, एक सरल अर्थ हुंदे ने, एक भाव अर्थ हुंदे ने। तुसी असल टिकाणे ते उदों पहुंचदे हो जदों भाव अर्थां नूं लैंदे हो। फील रबाबी बल्द पखावज, कौआ ताल बजावे, पैर चोलना गधा नाचे, भैंसा भगत करावे, राजा राम ककरिया बरे पकाए कि नहीं बंजन हारे। हुण तुसी अखरी अर्थ शब्द दे लओगे तो किते भी नहीं पहुंचो, उत्थे उहदे भाव अर्थ लैणे पैणगे। पर पहला पद अर्थ समझांगे, फिर सरल अर्थ, और गल भाव अर्थां च जाके मुक्केगी। खैर, थोड़ियां महंगियां गल्लां ने, पेचीदा ने भगत बाणी दियां। तो मैं जिहड़ी अर्ज कर रहा सा, कृष्णा ते जानो हर, हर नाचंती नाचना। हुण इत्थे कहिंदे ने कबीर साहब महाराज,
ਦੁਤੀਆ ਦੋਹ ਕਰ ਜਾਣੈ ਅੰਗ। ਉੱਥੇ ਨਾਮਦੇਵ ਸਾਹਿਬ ਕੀ ਕਹਿੰਦੇ ਨੇ? ਪਹਿਲ ਪੁਰਸਾ ਬਿਰਾ, ਅਥੋਨ ਪੁਰਸਾ ਦਮਰਾ, ਅਸ ਗਾ ਅਸ ਉਸ ਗਾ, ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ। ਇਹਦੇ ਮੈਂ ਥੋੜੇ ਅਰਥ ਕਰਦੇ ਹਾਂ, ਟਕਾਈ ਨਾਲ ਸੁਣ ਲਿਆ ਜੀ। ਪਹਿਲ ਪੁਰਸ਼ ਆਬਿਰਾ, ਪੁਰਸਾਬਰਾ ਦੇ ਸੰਧੀ ਛੇਦ ਕਰਨੇ, ਪੁਰਸ਼ ਪਲਸ ਆਬਿਰਾ, ਪੁਰਸ਼ ਵਿਆਪਕ। ਸਭ ਤੋਂ ਪਹਿਲਾਂ ਵਿਆਪਕ ਪ੍ਰਭੂ ਨੇ ਆਪਣੇ ਆਪ ਨੂੰ ਬਣਾਇਆ। ਪਹਿਲ ਪੁਰਸ਼ ਆਬਿਰਾ, ਅਥੋਨ, ਉਦੋਂ ਬਾਅਦ ਪੁਰਸ਼ਾਦਮਰਾ। ਅਕਾਲ ਪੁਰਖ ਤੋਂ ਮਾਇਆ ਬਣੀ। ਪੁਰਸ਼ਾਦਮਰਾ, ਪੁਰਸ਼ ਤੋਂ ਦਮਰਾ, ਦਮੜਾ ਮਾਇਆ ਭਾਵ ਇਹ ਕੁਦਰਤ ਬਣੀ। ਫਿਰ ਕੀ ਕਹਿੰਦੇ ਨੇ? ਅਸ ਗਾ ਅਸ ਉਸ ਗਾ, ਇਹਦਾ ਤੇ ਉਹਦਾ। ਇਹਦਾ ਮੀਨਜ ਪਰਮਾਤਮਾ, ਉਹਦਾ ਮੀਨਜ ਮਾਇਆ। ਅਸ ਗਾ ਅਸ ਉਸ ਗਾ ਮੇਲ ਹੋਇਆ ਤੇ ਫਿਰ ਅਸੀਂ ਇਸ ਕੁਦਰਤ ਵਿੱਚ ਆ ਕੇ ਇਸ ਤਰ੍ਹਾਂ ਨੱਚਣ ਲੱਗ ਪਏ। ਮਾਇਆ ਦੇ ਨਚਾਏ ਹਰ ਕਾ ਬਾਗਰਾ, ਨਾਚੇ ਪਿੰਦੀ ਮੈਂ ਸਾਗਰਾ। ਇਹ ਹਰੀ ਨੇ ਸੋਹਣਾ ਜਿਹਾ ਬਾਗ ਬਣਾ ਦਿੱਤਾ ਮਾਇਆ ਦੀ ਰਚਨਾ ਕਰਕੇ, ਤੇ ਅਸੀਂ ਮਾਇਆ ਦੇ ਨਚਾਏ ਹੋਏ ਇੰਜ ਨੱਚਣ ਲੱਗ ਪਏ ਜਿਵੇਂ ਨਾ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਹੈ। ਖੂਹ ਦੀਆਂ ਟਿੰਡਾਂ ਹੁੰਦੀਆਂ ਸਨ, ਥੱਲੇ ਜਾਣੀਆਂ, ਮਾਲ ਇੱਕ ਪਾਸਿਓਂ ਪਾਣੀ ਦੀ ਭਰ ਕੇ ਉੱਤੋਂ ਆਉਣੀ, ਉੱਤੇ ਖਾਲੀ ਕਰਕੇ ਫਿਰ ਏਦਾਂ ਥੱਲੇ ਜਾਣੀ, ਦੂਜੇ ਪਾਸਿਓਂ ਫਿਰ ਇਸ ਤਰ੍ਹਾਂ ਉੱਤੇ ਆ ਜਾਣੀ। ਤੇ ਉਹ ਜਦੋਂ ਟਿੰਡਾਂ ਉੱਪਰ ਆਉਂਦੀਆਂ ਫਿਰ ਉਹ ਹਿੱਲਦੀਆਂ, ਪਾਣੀ ਉਹਦੇ ਵਿੱਚ ਹਰਕਤ ਕਰਦਾ ਨਾ। ਜਿਸ ਤਰ੍ਹਾਂ ਉਹ ਟਿੰਡਾਂ ਵਿੱਚ ਪਾਣੀ ਹਰਕਤ ਕਰਦਾ, ਇਸ ਤਰ੍ਹਾਂ ਮਾਇਆ ਦੇ ਨਚਾਏ ਹੋਏ ਅਸੀਂ ਸੰਸਾਰ ਦੇ ਵਿੱਚ ਨੱਚਨੇ ਆ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ, ਦੌੜਿਓ ਫਿਰਤ ਹੈ, ਜਬ ਕਿਛ ਪਾਵੇ ਤਬ ਗਰਭ ਕਰਤ ਹੈ, और माया गई तब रोवन लगत है। ये मिट्टी दा पुत्रा, क्योंकि जदों मनुख खत्म हुंदा ना प्यारिओ, तत्त ते पंज ने, पर साडे हत्थ जो हुंदा मिट्टी ही आउंदी है। पानी भी वाष्पीकरण हो जाता है, अग्नि च अग्नि चली जाती है, आकाश च आकाश चला जाता है, वायु च वायु चली जाती है। जो बचदा है वो डस्ट हुंदी है। कबीरा धूर सकेल कै पुरिया बांधी दे, और दिवस चार को पेखना अंत खे की खे। इसलिए इनू खे किया, इनू मिट्टी दी पुतली किया। ते कबीर साहब कहते ने भी माटी को पुत्रा कैसे नचत है, देखे देखे सुने बोले, और माया वास्ते की करदा है, दौड़िओ फिरत है, भज्जा ही फिरदा है। लंच ब्रेकफास्ट दिल्ली है तो लंच इंग्लैंड विच है, डिनर हुण न्यूयॉर्क जाके करना है। भज्जा ही फिरदा है, भज्जा ही फिरदा है, भज्जा ही फिरदा है। जदों कुछ प्राप्त करता है तो फुल फुल के बहिंदा मैं प्राप्त किया है। और जदों समा बड़ा समर्थ है ना कोई मूर्ख ना कोई सियाणा वरता है, सब कुछ तेरा पाना। जदों उन्हें देना हुंदा है उस तरह की सोच दे दिंदा, सियाणे बना दिंदा है। जदों खोना हुंदा है कमल साडे कोल करा दिंदा, करदा सारा कुछ आप ही है। दोष नहीं अपने दे सिर दे उत्ते लैंदा, लीला सारी उसे ने रचाई हुई है। इसलिए भाई जे सियाणे आ ते मान ना करिए, कमलियां नूं झिड़कीए ना। ये कमले भी उहदे बनाए हुए ने, मेरे वर्गे सियाणे भी उहदे बनाए हुए ने। जब किछ पावे तब गर्भ करता है, माया गई तब रोवन लगत है। अस गा अस उस गा, हर का बागरा, नाचे पिंदी मैं सागरा, नाचंती गोपी जन्ना। मेल नचदे ने माया दे नचाए ते फीमेल नहीं नचदी। नामदेव साहब कहंदे नहीं, मेल भी नचदे ने, फीमेल भी नचदियां ने। नाचंती गोपी इस्त्रियां ते जन्ना पुरुष, पुरुष भी नच रहे ने, इस्त्रियां भी नच रही ने, माया दियां नचाइयां होइयां। नैया ते बैरे कन्ना, दसो उस वैगुरु तो जुदा कौन है। नैया वैगुरु, बैरे जुदा, कन्ना कौन है? कोई भी नहीं, सारे उसे दा ही स्वरूप ने। नच भी साडे विच बैठ के आप ही रहा, ਉਹਦੇ ਨਚਾਈ ਨੱਚ ਰਹੇ ਆ।
काट की पुत्री कहा करे बपुरी, खिलावन हारो जाने। नाचंती गोपी जन्ना, नैया ते बैरे कन्ना, तर्क ना चा परमिया चा, केसवा बचौनी अये मये एक आन जियो, पिंदी उब कले संसारा परम माए तुमचे द्वारा। थोड़े थोड़े अर्थ ये भी मैं कर दिया, एक बार समझ नहीं आउणगे, फिर किते दोबारा बिद बनी फिर करांगा, क्योंकि बहुत सारे बचन गुरु ग्रंथ साहब सच्चे पातशाह इस तरह ने, उन्होंने समझण की बहुती जरूरत ही नहीं। सधारण व्यक्ति पाठ करदा करदा लंघ जाए ना, सगल द्वार को छाड़ के गए हो तुहारो द्वार, बाहें गए कि लाज आस गोबिंद दास तुआर, कोई टफ नहीं, समझ आ जाती गल। जिवें तुसी तुरे तुरे जांदे बाजार विच कोई सेब खरीद लो और हैंकी नाल पूंछ के जांदे जांदे ही खाना शुरू कर दो, कोई बहुता टफ नहीं। पर हुण जे जांदियां जांदियां अनार लै लिया ते उहनूं छकण ते समाज चाहिदा ना, करद भी चाहिदी है, कोल बर्तन भी चाहिए ने, उत्ते एक एक दाणे नूं पैक किया होया है, उहनूं कड्ढण लई वक्त भी लगना है, हत्थ भी लिबड़ने ने, पानी भी चाहिए है, कपड़ा भी पूंजण वास्ते चाहिए है, छकण वास्ते कोई बाटा चम्मच भी चाहिए है। इस तरह गुरबाणी विच कुछ पदार्थ जिहड़े सिद्धे, कुछ पदार्थ थोड़े जिहे खोल के छकने पैंदे ने, ये भी मैं अर्ज करदे हां। और खोलिया उन्हां नूं सिर्फ कथा विच ही जा सकदा है, सिर्फ पाठ नाल नहीं खोल सकते, सिर्फ कीर्तन नाल भी नहीं खोल सकते। इसलिए कथा कीर्तन सुखदाई। नैया ते बैरे कन्ना, तर्क ना चा, इस गल ते तर्क ना कर। परमैया चा केसवा, केसवा मैंने रब जी, बचौनी अये मये, सारे अये मये इस्त्रियां पुरखां विच ना रब ही बोल रहा है। सबे कट राम बोलै, रामा बोलै, राम बिना को बोलै रे, एकल माटी कुंचर चिंटी पांजन है, बहु नाना रे, अस्थावर जंगम कीट पतंगम, कट कट राम समाना रे। सारियां विच ही वो समाया होया है। अये मये एक आन जियो, पिंदी ऊब कले संसारा, परम परम आए तुमचे द्वारा। हे वैगुरु असी बड़े भटक भटक के तेरे द्वार च आए हाँ, ते जे परमात्मा तू मैनू पुछे भी तू कौन रे, ते मैं कहांगा मैं जी नामा हो जी मैं नामा हाँ जी। ते जे फिर तुसी आवाज मार के कहो भी दस की गल है, ते मैं कहांगा जी आला ते निवारना। आला एड़ा करना लल्ला करना, आला मैंने आल्य, आल्य मैंने घर, जिवें विद्यालय, विद्या प्लस आल्य, आला ते निवारना जम कारना। हे परमात्मा आ जिहड़ा जमा दा डर है उहदे तो मैनू बचाना। दुतिया दो कर जाने अंग, उहदे दो अंग ने, एक शिव है एक शक्ति है, एक असगा है एक उसगा है। ये दोवें उसे दे स्वरूप ने। जिस तरह एक छड़ी हुंदी है, एक उहदा सिरा इधर हुंदा, एक सिरा उहदे उधर हुंदा, सिरे दोवें उसे दे ने। जिवें एक सिक्का हुंदा उहदे दो पहलू हुंदे ने, वो दोवें पहलू उसे दे हुंदे ने। माया भी उसे दा ही परछावां है। इसलिए दुतिया दूज नूं अमावस तो अगले दिन नूं छड्ड के उदू अगले दिन की व्याख्या, दूं कर जाने अंग, माया ब्रह्म रमै सब संग। वो जिहड़ा ब्रह्म है वो माया दे विच रमिया होया, साडे सारियां दे संग विच रमिया होया। और होर ओहदी खासियत यह है साध संगत, ना वो बढ़ै ना घटता जाए। परमात्मा ना वधदा है ना घटदा है। जे सब मिलकर आखन पाहें, वड्डा ना होवे घाट ना जाए। समस्त एक जोत है, ना बाढ़ है ना घाट है, ना घाट बाढ़ होत है। वो परमात्मा ना वधदा है ना घटदा है, असी घटने आ। जन्म तो बाद एक एक दिन करके साडी जिंदगी जिहड़ी है मनफी हुंदी है, घटदी। असीं आने वड्डे हो रहे हैं, बाणीकार कहंदे ने नहीं तू छोटा हो रहा है। दिन ते पहर, पहर ते करियां आव घटै तन छीजै।
पर पूरा WhatsApp जिहड़ा है जन्मदिन मुबारक नाल ही भरिया हुंदा है। एक दिन भी इस तरह का नहीं हुंदा जदों किसी नूं जन्मदिन दीआं मुबारकां ना मिल रहीआं होण, मरण दिन किसी नूं याद नहीं गा। जदों कि मरना सच है ते जिउणा झूठ है। परमात्मा ही है जिहड़ा वधदा घटदा नहीं, असीं वधने भी हां ते घटने भी हां। ना ओह ऊड़ा खुला हाहे नूं औंकड़, ओह प्रतीक है अकाल पुरख दा। अंगीकार ओह करे तेरा कारज सब सवारना। ना ओह बढ़ है ना घटता जाए, अकुल निरंजन एकै पाए। अकुल जिहदी कोई कुल नहीं, जिहदी कोई जात नहीं, कोई पात नहीं, कोई भाईचारा नहीं, कोई बरादरी नहीं। यह भी बड़ी वड्डी मनुखता की समस्या है भी असीं पहलां ते मजहबां विच वंडे होए हां, फिर असीं इलाकावाद विच वंडे होए हां। राष्ट्र मेरा चंगा है, मेरा देश चंगा है, तेरा देश भैड़ा है। फिर उहदे विच प्रांतां विच वंडे होए हां, मेरी स्टेट चंगी है, तेरी माड़ी है। फिर उन्हां स्टेटां दे विच खिते ने, दुआबा है, मालवा है, माझा है। और फिर उदों उपर असीं जात पातां विच वंडे होए हां। ये ब्राह्मण है, खत्तरी है, वैस है, सूदर है। बहुत किस्म दीआं विडंबनावां ने। पर परमात्मा का ना कोई इलाका है, ना कोई मजहब है, ना कोई उहदी बरादरी है। उहदी कोई बरादरी नहीं। असीं नहीं कह सकते वो ब्राह्मण है, असीं नहीं कह सकते वो खत्तरी है, वैस है जां शूदर है, मुसलमान है, हिंदू है, ईसाई है, सिख है, जैनी है, सरेवड़ा है। वो कुछ भी नहीं, पर वो सब कुछ है। परमात्मा जिहड़ा है वो अकुल है। ओदी कोई खास कुल नहीं, कोई खास जात नहीं, कोई खास पात नहीं। इस वास्ते सानू बाणीकारां ने उपदेश दिता है भी जात का गर्भ ना कर मूर्ख गवारा, इस गर्भ ते चले बहुत बेकारा। के भट भांडा कह ना कोई, ऐसा भगत वर्ण में होए। गुरु नानक साहब। कोई भी किसी भी बरादरी का बंदा देसी घ्यो लैके गलियां च फेरा मारे ना, देसी घ्यो लै लो, देसी घ्यो लै लो। कोई कपड़ा रेशम का लैके गली च फेरा मार ले, किसी भी बरादरी का। असीं कदी भी ये नहीं पूछा शहद वेचण वाले नूं तेरा भाईचारा किहड़ा है। फुੱਲ वेचण वाले नूं नहीं पूछा जिहड़ा कारां नूं सजांदा विआह वेले भी भाई तू किहड़ी बरादरी दा है, क्योंकि फुੱਲਾਂ की कोई जात नहीं हुंदी, घ्यो की कोई जात नहीं हुंदी, रेशम के कपड़े की कोई जात नहीं हुंदी। और हजूर कहते ने कम से कम ये तो मैं दावे नाल कह सकना भी ऐसा भगत वर्ण में होए जिहड़ा नाम जपदा है, भाई ओहदी भी कोई जात नहीं हुंदी, वो सारियां तो फिर ऊपर उठ जाता है। तेरे नाम निवें रहे रंग लाए प्यार पा लेंदे ने। नानक तिन दर भिख्या पाए। अकुल ओदी कोई कुल नहीं, निरंजन ओनू माया दी कोई अंजन, कोई कालख नहीं लगदी, वो निरअंजन है, माया दा ओदे ते कोई प्रभाव नहीं। और वो हमेशा एक है पाए, इक्को जिहा रहिंदा है, सम रहिंदा है। ओदी बिरती ओदा जो दिमागी तवाजन है वो हमेशा इक्को जिहा रहिंदा है। उहनूं कोई फर्क नहीं पैंदा। हरक शोक मान अपमान दुख सुख इत्याद इहदे तो उस परमात्मा निरलेप है। ये द्वितीया जिहड़ा शब्द है ओहदी व्याख्या है। अगे फिर तृतीया पद आ जांदा, तीने सम कर लियावे आनंद मूल परम पद पावे। इहदी विचार कल करन दा यतन करांगे। सो साध संगत जी अज इन्नियां बेनतियां प्रवान करनियां, बेनतियां करदिआं जो त्रुटियां रह जांदियां ने जां मैं कहां गलतियां हो जांदियां ने, मिसटेक्स हो जांदियां ने, क्योंकि जदों असीं लिखने आ ना साध संगत ते सानूं उहदे विच सुधार करन दा साडे कोल अवसर हुंदा है। असीं अपने आर्टिकल नूं दुबारा देख सकने आ, स्पैलिंग ठीक कर सकने आ, जे कुछ गलत लिखिया गया तो उन्होंने उहदे चों कट सकने आ, कुछ होर लिख सकने आ। पर जबानी बोलण विच एक समस्या हुंदी है भी नाल दी नाल दिमाग ने सोचना हुंदा है और रसना ने उन्होंने नाल दी नाल सप्लाई करना हुंदा है। तो कई बार कोई शब्द इस तरह का उचारण के संबंध में जां होर किसी संबंध में ये अक्सर मैं वेख्या जदों मैं अपनी रिकॉर्डिंग आप ही सुनना वा मिसटेक हो जांदियां ने। सो मैं खिमा दा जाचक हाँ। आओ
ਗੁਰਦੁਆਰਾ ਸਾਹਿਬ ਦਾ ਹਜ਼ੂਰੀ ਰਾਗੀ ਜਥੇ ਪਾਸੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਇ ਪ੍ਰਾਪਤ ਕਰੀਏ। ਗੁਰੂ ਫਤਿਹ ਦੀ ਸਾਂਝ ਨਾਲ ਸੇਵਾਦਾਰ ਨੂੰ ਵੀ ਆਗਿਆ ਬਖਸ਼ਿਸ਼ ਕਰੋ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।